8 बेटियों की पैदाइश पर शौहर छोड़कर चला गया, लेकिन शकील ने नुसरत से शादी की और बेटियों का सहारा बना। आज शौहर मासूर हो गया, लेकिन उनकी मोहब्बत कायम है और बीवी आज तक साथ निभा रही है। ਇਹਨਾਂ ਨੇ ਮੇਰਾ ਸਾਥ ਦਿੱਤਾ ਸੀ ਉਸ ਕੰਡੀਸ਼ਨ ਤੇ ਜਦੋਂ ਮੇਰੀਆਂ ਬੱਚੀਆਂ ਸੀ ਮੇਰਾ ਸਹਾਰਾ ਕੋਈ ਨਹੀਂ ਸੀ ਆ ਲੋਕ ਸਬਜ਼ ਬਾਗ ਦਿਖਾਉਂਦੇ ਨੇ ਕੋਈ ਕਿਸੇ ਨਾਲ ਨਹੀਂ ਚੱਲਦਾ। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियोस से बाखबर रह सकें। अस्सलाम वालेकुम, आप देख रहे हैं उर्दू पॉइंट। मेरा नाम दानिश हुसैन। मैं आप तक आज पहुंचाने जा रहा हूं मोहब्बत की एक ऐसी लाजवाल दास्तान जिसके किरदार शकील और नुसरत हैं। शकील की उम्र अब 40 बरस के करीब है और जो नुसरत साहिबा हैं ये 55 बरस की हैं। इनकी मोहब्बत की शादी होती है, लेकिन उससे पहले नुसरत की एक शादी हुई होती है और वहाँ से इनके 9 बच्चे हैं, लेकिन ज़्यादा बेटियाँ होने की वजह से इन्हें तलाक दे दी जाती है। शकील कुंवारे होते हैं, लेकिन उसके बावजूद ये इनसे शादी करते हैं, अपनी उम्र से ज़्यादा उम्र की खातून से इनके बच्चों को भी सहारा देते हैं। लेकिन वक्त ने ऐसा पलटा खाया कि शकील बीमार हो जाते हैं, लेकिन नुसरत उनका साथ नहीं छोड़ती। ये आज भी इकट्ठे हैं और 14 बरस से इनके बीच वही मोहब्बत है जो आज से 14 बरस पहले थी। तो नुसरत साहिबा से हम बात करेंगे। नुसरत साहिबा, पहले तो ये बताइए कि आपकी शादी किस तरह से हुई थी, मोहब्बत कैसे हुई थी, इकट्ठे काम करते थे, मिले कहाँ थे? अस्सलाम वालेकुम जी। ਅਸੀਂ ਨਾ ਮੇਰੀ ਸ਼ਾਦੀ ਹੋਈ ਸੀ, ਮੇਰਾ ਮੀਆਂ ਮੈਨੂੰ ਛੱਡ ਕੇ ਚਲਾ ਗਿਆ ਸੀ। ਮੇਰੀਆਂ 8 ਬੱਚੀਆਂ ਸੀ, ਕਹਿੰਦਾ ਸੀ ਇੰਨਾ ਜ਼ਿਆਦਾ ਬੱਚੀਆਂ ਪੈਦਾ ਕਿਉਂ ਹੋਈਆਂ। ਬੇਟਾ ਆ, ਬੇਟੇ ਨੂੰ ਨਾਲ ਲੈ ਕੇ ਚਲਾ ਗਿਆ, ਬੇਟੀਆਂ ਮੈਨੂੰ ਦੇ ਗਿਆ। ਮੈਂ ਫੈਕਟਰੀ 'ਚ ਜੌਬ ਕਰਦੀ ਸੀ, ਬੇਟੀਆਂ ਮੇਰੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਸੀ। ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਉੱਥੇ ਫੈਕਟਰੀ 'ਚ। ਇਹਨਾਂ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ, ਮੇਰੇ ਨਾਲ ਸ਼ਾਦੀ ਕਰ ਲੈ ਤੇ ਸ਼ਾਦੀ ਕਰਕੇ ਤੇਰੀਆਂ ਬੱਚੀਆਂ ਦਾ ਵਸੀਲਾ ਮੈਂ ਬਣਾਂਗਾ, ਇਨਸ਼ਾਅੱਲਾ ਤੇਰੀਆਂ ਬੱਚੀਆਂ ਦੀ ਸ਼ਾਦੀ ਵੀ ਕਰਾਂਗੇ। ਮੈਂ ਇਹਨਾਂ ਨੂੰ ਕਿਹਾ ਜਦੋਂ ਆਪਣਾ ਬਾਪ ਛੱਡ ਕੇ ਚਲੇ ਗਿਆ, ਦੂਸਰੇ ਬਾਪ ਕੌਣ ਸਹਾਰਾ ਦਿੰਦੇ ਨੇ, ਤੇ ਫਿਰ ਤੁਸੀਂ ਤਾਂ ਯੰਗ ਹੋ, ਮੈਂ ਜਿਹੜਾ ਤੁਸੀਂ ਯੰਗ ਹੋ, ਸਾਡੀ ਜ਼ਿੰਦਗੀ ਨਹੀਂ ਬਸਰ ਹੋਣੀ। ਕਿਉਂਕਿ ਲੋਕ ਲੜਕੀਆਂ ਨਾਲ, ਮਾਵਾਂ ਨਾਲ ਸ਼ਾਦੀਆਂ ਕਰਦੇ, ਲੜਕੀਆਂ ਨਾਲ ਗਲਤ ਹੋ ਜਾਂਦੇ, ਲੜਕੀਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੰਦੇ ਨੇ। ਕੋਈ ਮੈਨੂੰ ਡਿਵੋਰਸ ਹੋ ਗਈ ਸੀ, ਫਿਰ ਉਸ ਟਾਈਮ ਤੇ ਕੁਛ ਅਰਸਾ ਸਾਡੀ ਡਿਵੋਰਸ ਦੇ ਬਾਅਦ ਚੋਂ ਮੈਂ ਆਪਣੀ ਇੱਜ਼ਤ ਪੂਰੀ ਕੀਤੀ। ਕੋਈ 7-8 ਮਾਹ ਸਾਲ ਗੁਜ਼ਰ ਗਿਆ, ਫਿਰ ਇਹਨਾਂ ਨੇ ਫਿਰ ਸਾਲ ਪੂਰਾ ਕਹਿੰਦੇ ਰਹੇ, ਫਿਰ ਮੈਂ ਉਹਨਾਂ ਨਾਲ 1 ਸਾਲ ਬਾਅਦ ਇਹਨਾਂ ਨਾਲ ਸ਼ਾਦੀ ਕੀਤੀ। ਅੱਲਾ ਦਾ ਸ਼ੁਕਰ, ਸਾਡਾ ਘਰ ਬਹੁਤ ਅੱਛਾ ਚੱਲਦਾ ਸੀ। ਅਸੀਂ ਫਿਰ ਬੱਚੀਆਂ ਵੀ 6 ਦੀ ਸ਼ਾਦੀ ਕੀਤੀ, 6 ਬੱਚਿਆਂ ਦੀ ਸ਼ਾਦੀ ਹੋ ਗਈ ਸੀਗੀ। ਤਕਰੀਬਨ ਇਹਨਾਂ ਨੂੰ ਪਿਛਲੇ 2 ਸਾਲ ਤੋਂ ਨਾ ਹੁਣ ਇਹਨਾਂ ਨੂੰ ਫਾਲਜ ਦੇ ਅਟੈਕ 3 ਹੋ ਗਏ ਨੇ। 3 ਅਟੈਕ ਹੋਏ ਨੇ। 3 ਅਟੈਕਾਂ ਦੀ ਵਜ੍ਹਾ ਤੋਂ ਬਿਲਕੁਲ ਡੈੱਡ ਹੋ ਗਏ। ਇਹਨਾਂ ਨੂੰ ਖੁਰਾਕ ਦੀ ਨਾਲੀ ਵੀ ਲੱਗ ਗਈ, ਪਿਸ਼ਾਬ ਦੀ ਨਾਲੀ ਵੀ ਲੱਗ ਗਈ, ਪੈਂਪਰ ਵੀ ਲੱਗਦਾ ਹੈ। ਮੈਂ ਇਹਨਾਂ ਨੂੰ ਮਿਓ ਹਸਪੀਟਲ ਲੈ ਕੇ ਗਈ, 2 ਮਾਹ ਅਸੀਂ ਉੱਥੇ ਰਹੇ ਆ। ਉਹਨਾਂ ਨੇ ਸਾਨੂੰ ਫਿਰ ਘਰ ਭੇਜ ਦਿੱਤਾ। जब इन्होंने आपसे शादी की थी तब ये कवारे थे? ਜੀ ਜੀ, ਇਹ ਕੁਆਰੇ ਸੀਗੇ। ਮੈਂ ਸ਼ਾਦੀशुदा ਸੀ। ਇਹਦੇ ਵਾਲਦੈਨ, ਇਹਦੇ ਭੈਣ ਭਰਾ ਨਹੀਂ ਸੀ ਮੰਨਦੇ, ਕਿਉਂਕਿ ਕਹਿੰਦੇ ਸੀ ਅਸੀਂ ਨਹੀਂ, ਇਹ ਸ਼ਾਦੀ ਹੋਣ ਦੇਣੀ। ਇਹਨਾਂ ਨੇ ਜ਼ਬਰਦਸਤੀ ਮੇਰੇ ਨਾਲ ਸ਼ਾਦੀ ਕੀਤੀ, ਭੈਣ ਭਰਾਵਾਂ ਨੂੰ ਇਨਕਾਰ ਕਰਤਾ। ਉਹਨਾਂ ਨੇ ਇਹਨੂੰ ਜਾਇਦਾਦ ਤੋਂ ਆਗ ਕਰਤਾ, ਮਿਲਣਾ ਜੁਲਣਾ ਖ਼ਤਮ ਕਰਤਾ। ਫਿਰ ਇਹਨਾਂ ਨੂੰ ਅਟੈਕ ਹੋਏ ਨੇ। 1 ਅਟੈਕ ਹੋਇਆ। ਮੈਂ ਇਹਨਾਂ ਦੇ ਭਾਈਆਂ ਕੋਲ ਜਾ ਕੇ ਰੋਈ ਪਿੱਟੀ। ਮੈਂ ਕਿਹਾ ਤੁਹਾਡੀ ਮਿਹਰਬਾਨੀ, ਸਾਡੇ ਕੋਲ ਵਸੈਲ ਨਹੀਂ ਹੈ, ਇਹਨੂੰ ਅੱਛੇ ਡਾਕਟਰ ਕੋਲ ਦਿਖਾ ਦਿਓ, ਚਲੋ ਮੈਨੂੰ ਨਾ ਦਵੋ, ਤੁਸੀਂ ਇਹਨੂੰ ਦੇ ਦਿਓ। ਉਹਨਾਂ ਨੇ ਕਿਹਾ ਨਹੀਂ ਜੀ, ਤੂੰ ਸ਼ਾਦੀ ਕੀਤੀ, ਤੂੰ ਭੁਗਤ। ਫਿਰ ਦੂਸਰਾ ਅਟੈਕ ਹੋਇਆ, ਫਿਰ ਮੈਂ ਉਹਨਾਂ ਕੋਲ ਗਈ, ਉਹ ਨਹੀਂ ਮੰਨੇ। ਤੀਸਰਾ ਅਟੈਕ ਹੋਇਆ, ਫਿਰ ਮੈਂ ਗਈ। ਉਹ ਲਿਹਾਜ਼ਾ ਆ ਤੇ ਗਏ, ਲੇਕਿਨ ਉਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ। ਦਿਮਾਗ ਇਹਨਾਂ ਦਾ ਬਿਲਕੁਲ ਬੰਦ ਹੋ ਗਿਆ ਸੀ, ਬਿਲਕੁਲ ਬੋਲਣਾ ਚੱਲਣਾ ਖ਼ਤਮ ਹੋ ਗਿਆ ਸੀ। ਡਾਕਟਰਾਂ ਨੇ ਕਿਹਾ ਸੀ ਬੀਬੀ ਇਹਦੀ ਕੋਈ ਉਮੀਦ ਨਹੀਂ ਹੈ ਬਚਣ ਦੀ, ਕਿ ਅੱਲਾ ਪਾ ਕੇ ਜੇ ਬਿਹਤਰੀ ਕਰ ਦੇਵੇ। ਮੈਂ ਕਿਹਾ ਨਹੀਂ ਡਾਕਟਰ ਸਾਹਿਬ, ਇਹ ਬਿਹਤਰ ਹੋ ਜਾਣਗੇ, ਤੁਸੀਂ ਕਹਿੰਦੇ ਹੋ, ਮੈਂ ਦੇਖਣਾ ਮੈਂ ਇੱਕ ਦਿਨ ਇਹ ਆਪਣੇ ਪੈਰਾਂ 'ਤੇ ਖੜੇ ਹੋਣਗੇ। ਅਲਹਮਦੁਲਿਲਾ ਨਾਲ ਹੀ ਉਤਰੀ, ਖਾਣਾ ਖਾਣਾ ਸ਼ੁਰੂ ਹੋਏ ਤੇ ਇਹਨਾਂ ਨੇ ਬੋਲਣਾ ਵੀ ਸ਼ੁਰੂ ਕਰ ਦਿੱਤਾ। ਜ਼ੁਬਾਨ ਇਹਨਾਂ ਦੀ ਬਿਲਕੁਲ ਬੰਦ ਸੀ, ਬੋਲਣਾ ਵੀ ਸ਼ੁਰੂ ਕਰ ਦਿੱਤਾ। ਹੁਣ ਅਸੀਂ ਫਿਰ 6 ਮਾਹ, ਫਿਰ 1 ਸਾਲ ਬਾਅਦ ਅਸੀਂ ਜਦੋਂ ਇਹਨਾਂ ਨੇ ਟੈਸਟ ਕਰਵਾਏ, ਇਹਨਾਂ ਨੇ ਕਹਿੰਦੇ ਦਿਲ 'ਚ ਮੈਥ ਸੀ ਨਾ, ਬਿਲਕੁਲ ਛੋਟਾ ਜਿੰਨਾ ਰਹਿ ਗਿਆ ਵੇ। ਅਲਹਮਦੁਲਿਲਾ ਅੱਲਾ ਪਾਕ ਦਾ ਕਰਮ ਹੈ, ਹੋ ਸਕਦਾ ਕਿ 6 ਮਾਹ ਦੇ ਵਿੱਚ ਹੁਣ ਤੁਰ ਪੈਣ। ਮੈਂ ਇਹਨਾਂ ਨੂੰ ਸਾਫ਼ ਸੁਥਰਾਈ ਇੰਨੀ ਕੁ ਰੱਖਿਆ ਕਿ ਮੈਂ ਇਹਨਾਂ ਨੂੰ ਵੇਖਿਆ ਕਿ ਬਿਮਾਰ ਨਾ ਕੋਈ ਮਹਿਸੂਸ ਕਰ। ਇਹਨਾਂ ਦੇ ਮੇਰੀ ਸਾਫ਼ ਸੁਥਰਾਈ ਦੇ ਵਿੱਚ, ਇਹਨਾਂ ਦੀ ਕੇਅਰ ਕਰਨ ਦੇ ਵਿੱਚ ਅੱਲਾ ਪਾਕ ਨੇ ਇਹਨਾਂ ਨੂੰ ਇੰਨਾ ਕੁ ਕਰਦਾ ਕਿ ਹੁਣੇ ਬੋਲਣਾ ਸ਼ੁਰੂ ਹੋ ਗਏ ਨੇ, ਮਾਸ਼ਾਅੱਲਾ ठीक हो गए। पहले बोलते भी नहीं थे? नहीं, पहले बिल्कुल नहीं से बोलते ना, जुबान बंद हो गई थी। कैसे, इनसे थोड़ी सी बात भी करते हैं। कैसे हैं आप? ठीक ठाक है शकील साहब? अस्सलाम वालेकुम, मैं ठीक है। आपने जब शादी की थी इनसे, आपसे तकरीबन 15-20 साल बड़ी उम्र की थी, तलाक याफ्ता भी थी, आपको लोगों ने ताने तो दिए होंगे कि आप कवारे हैं, जवान हैं, आप ऐसा क्यों कर रहे हैं? ताने मेरे सी मैं उन्होंने कहा जी मेरी मैंने जाने ना आप मोहब्बत करते थे? हाँ जी।
अभी भी करते हैं? हाँ जी। आपकी मोहब्बत भी कायम होगी यकीनी तौर पर, तभी आप भी यहाँ मौजूद हो। ਬਈ ਮੇਰੀ ਗੱਲ ਸੁਣੋ, ਮੁਹੱਬਤ ਤੇ ਇੱਕ ਅਲੱਗਾ ਚੀਜ਼ ਹੁੰਦੀ ਹੈ। ਜਿਹੜਾ ਮੀਆਂ ਬੀਵੀ ਦਾ ਰਿਸ਼ਤਾ ਹੁੰਦਾ ਨਾ, ਇਨਸਾਨ ਉਹਨੂੰ ਕਦੀ ਵੀ ਨਾ ਭੁੱਲੇ, ਕਿਉਂਕਿ ਇਨਸਾਨ ਜਦੋਂ ਇੱਕ ਇਸ ਰਿਸ਼ਤੇ ਦੇ ਵਿੱਚ ਬਣ ਜਾਂਦਾ ਨਾ, ਮੀਆਂ ਬੀਵੀ ਦੀ ਇੱਜ਼ਤ ਇਤਰਾਮ ਬੰਦਾ ਕਰੇ ਤੇ ਤਾਂ ਅੱਲਾਹ ਪਾਕ ਸ਼ਾਇਦ ਇਹਨਾਂ ਦੀ ਮਾਫਰਤ ਨਾਲ ਮੇਰੀ ਬਖਸ਼ਿਸ਼ ਕਰ ਦੇਵੇ। ਤੇ ਅਲਹਮਦੁਲਿਲਾ ਕਿ ਮੈਂ ਆਪਣੇ ਮੀਆਂ ਨੂੰ ਜ਼ਰਾ ਜਿੰਨਾ ਵੀ ਅਲਾਦਾ ਨਹੀਂ ਛੱਡਿਆ, ਕਿਉਂਕਿ ਡਾਕਟਰ ਨੇ ਮੈਨੂੰ ਕਿਹਾ ਸੀ ਕਿ ਬੀਬੀ ਇਹਨੂੰ ਸਭ ਤੋਂ ਪਹਿਲੇ ਦੀ ਕੇਅਰ ਹੋਏਗੀ ਤੇ ਬਿਲਕੁਲ ਠੀਕ ਹੋ ਜਾਣਗੇ। ਇਹਨਾਂ ਨੂੰ ਪੈਂਪਰ ਵੀ ਲੱਗਦੇ ਨੇ, ਮੈਡੀਸਨ ਦਾ ਇਹਨਾਂ ਦਾ ਖਰਚਾ ਸਾਰਾ ਇਹਨਾਂ ਦਾ ਬਸ ਇਸ ਤਰ੍ਹਾਂ ਹੀ ਕਦੀ ਕਿਧਰੋਂ ਪੂਰਾ ਕਰ ਲਿਆ, ਕਦੀ ਕਿਧਰੋਂ। इसमें आप क्या समझती हैं कि ये कितना वक्त मुश्किल होता है जिसमें आप साथ निभा रही हैं इनका, तब इन्होंने आपका साथ निभाया, बदले में अब आप उनका साथ निभा रही हैं। ਬਿਲਕੁਲ ਇਹਨਾਂ ਨੇ ਮੇਰਾ ਸਾਥ ਦਿੱਤਾ ਸੀ ਉਸ ਕੰਡੀਸ਼ਨ ਤੇ ਜਦੋਂ ਮੇਰੀਆਂ ਬੱਚੀਆਂ ਸੀ, ਮੇਰਾ ਸਹਾਰਾ ਕੋਈ ਨਹੀਂ ਸੀ ਆ। ਮਕਾਨ ਮੈਨੂੰ ਰੈਂਟ ਤੇ ਨਹੀਂ ਸੀ ਮਿਲਦਾ, ਉਹ ਕਹਿੰਦੇ ਸੀ ਪਤਾ ਨਹੀਂ ਕਿੰਜ ਦੀ ਔਰਤ, ਇੰਨੀਆਂ ਬੱਚੇ ਨੇ ਇਹਦੇ ਕੋਲ, ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੀ ਨਹੀਂ। ਕਿਰਾਏਦਾਰ ਔਰਤ ਨੂੰ ਕੱਲੀ ਨੂੰ ਮਕਾਨ ਕੋਈ ਨਹੀਂ ਦਿੰਦਾ, ਇੱਕ ਹਸਬੈਂਡ ਦਾ ਸਹਾਰਾ ਹੋਵੇ। ਬੜੇ ਲੋਕ ਅੱਛੀ ਨਾ ਇੱਜ਼ਤ ਨਾਲ ਨਿਗਾਹ ਨਾਲ ਵੇਖਦੇ ਨੇ। ਅਲਹਮਦੁਲਿਲਾ ਜੋ ਬਿਮਾਰ ਵੀ ਨੇ ਨਾ, ਇੱਥੇ ਮੈਨੂੰ ਬੈਠਿਆ 14 ਸਾਲ ਹੋ ਗਏ ਨੇ, ਮੇਰੇ ਮਹੱਲੇ 'ਚ ਮੇਰੀ ਇੱਜ਼ਤ ਹੈ। ਮੈਂ ਰਾਤ ਨੂੰ 3 ਵਜੇ ਵੀ ਆਵਾਂ, ਲੋਕਾਂ ਨੂੰ ਪਤਾ ਇਹਦਾ ਬੰਦਾ ਜ਼ਿੰਦਾ ਹੈ, ਕਿਉਂਕਿ ਮੈਂ ਕਦੇ ਖੁਆਇਸ਼ ਨਹੀਂ ਕੀਤੀ ਦੂਸਰੇ ਮਰਦ ਵੱਲ ਦੇਖਾਂ। ਲੋਕ ਸਬਜ਼ ਬਾਗ ਦਿਖਾਉਂਦੇ ਨੇ, ਕੋਈ ਕਿਸੇ ਨਾਲ ਨਹੀਂ ਚੱਲਦਾ। ਲੋਕ ਸਿਰਫ ਇਹੀ ਕਹਿੰਦੇ ਨੇ ਸਾਨੂੰ ਆਪਣਾ ਆਪ ਦਿਖਾ ਦਿਓ, ਆਪਣਾ ਆਪ ਕਰ ਲਓ ਸਾਡੇ ਅੱਗੇ। ਨਹੀਂ, ਗਲਤ ਗੱਲ ਹੈ। ਇਹ ਬਿਮਾਰ ਨੇ, ਇਹ ਨਹੀਂ ਦੇਖਦੇ। ਅੱਲਾਹ ਪਾਕ ਵੇਖ ਰਿਹਾ ਵੇ, ਜੋ ਵੀ ਅਸੀਂ ਜੁਰਮ ਕਰਨੇ ਨੇ ਅੱਲਾਹ ਪਾਕ ਨੇ ਸਾਡੀ ਕਿਤਾਬ ਤੇ ਲਿਖੀ ਜਾਣੇ ਨੇ, ਉਹ ਸਾਡੇ ਕੋਲ ਸਵਾਲ ਪੁੱਛੇ ਜਾਣੇ ਨੇ। आपने YouTube चैनल भी बनाया हुआ है, उसकी क्या वजह है? YouTube ਚੈਨਲ ਇਸ ਤਰ੍ਹਾਂ ਹੀ ਕੋਈ ਇੱਕ ਭਾਈ ਆਇਆ ਸੀਗਾ, ਮੈਂ ਉਹਦੀ ਬੜੀ ਸ਼ੁਕਰਗੁਜ਼ਾਰ ਹਾਂ ਮਾਜਿਦ ਅਲੀ ਦੀ, ਕਿ ਉਹਨੇ ਮੈਨੂੰ YouTube ਚੈਨਲ ਬਣਾ ਕੇ ਦਿੱਤਾ ਸੀ। ਅੱਲਾ ਦਾ ਸ਼ੁਕਰ ਹੈ, ਮੇਰਾ ਨੁਸਰਤ ਸ਼ਕੀਲ ਦਾ ਨਾਂ ਦਾ ਸਾਡਾ YouTube ਚੈਨਲ ਹੈ, ਮੇਰਾ ਚੱਲ ਰਿਹਾ ਵੇ। ਬਸ ਥੋੜਾ ਅਰਸਾ ਹੈ ਵੇ, ਮੋਨੇਟਾਈਜ਼ਰ ਹੋ ਜਾਏਗਾ ਜਦੋਂ ਮੇਰੀ ਇਨਸ਼ਾਅੱਲਾ ਹੋ ਸਕਦਾ ਆਮਦਨੀ ਉੱਤੇ ਆ ਜਾਏਗੀ, ਮੇਰੇ ਘਰ ਦਾ ਅੱਛਾ ਸਰਕਟ ਚੱਲ ਜਾਏਗਾ। ਅਲਹਮਦੁਲਿਲਾ ਅੱਲਾਹ ਪਾਕ ਨੇ ਮੈਨੂੰ ਇੱਥੋਂ ਤੱਕ ਕੀਤਾ ਵੇ। ਇਨਸ਼ਾਅੱਲਾ ਮੈਂ ਖੁਦ ਆਪਣੇ ਬਲਬੂਤੇ ਤੇ ਆਪਣਾ ਘਰ ਚਲਾਉਣਾ ਚਾਹੁੰਦੀ, ਮੈਂ ਬਾਰ-ਬਾਰ ਮੰਗਣਾ ਨਹੀਂ ਚਾਹੁੰਦੀ, ਮੈਨੂੰ ਬਹੁਤ ਸ਼ਰਮ ਆਉਂਦੀ है। आप पहले कौन सा काम करते थे जब फैक्ट्री में? तो आप लोग दोनों वहीं पे काम करते थे, उसके बाद छोड़ा क्यों? या हालात ऐसे हो गए कि छोड़ना पड़ा? ਹਾਲਾਤ ਇਹਨਾਂ ਨੇ ਮੈਨੂੰ ਕੰਮ ਛਡਾ ਦਿੱਤਾ ਸੀਗਾ। ਇਹ ਖੁਦ 46ਵੀਂ ਡੀ ਪੁਆਇੰਟ ਤੇ ਕੰਮ ਕਰਦੇ ਸੀ। अच्छा, जब ये ठीक ठाक थे तब छुड़वा दिया? ਹਾਂਜੀ, ਅਸੀਂ ਫੈਕਟਰੀ ਚੋਂ ਹਟ ਕੇ ਇਹਨਾਂ ਨੇ 46ਵੀਂ ਡੀ ਪੁਆਇੰਟ ਤੇ ਕੰਮ ਕੀਤਾ। ਉੱਥੋਂ 35 ਤੋਂ 40 ਹਜ਼ਾਰ ਰੁਪਏ ਇਹਨਾਂ ਦੀ ਸੈਲਰੀ ਸੀਗੀ, ਜਿਹਦੇ ਤੋਂ ਸਾਨੂੰ 1000 ਰੁਪਏ ਡੇਲੀ ਬੇਸ ਤੇ ਦਿੰਦੇ ਸੀਗੇ। ਬਾਕੀ ਆਪਣਾ ਹੀ ਖਰਚਾ ਕਰਦੇ ਸੀਗੇ, ਸਾਨੂੰ 1000 ਰੁਪਏ ਡੇਲੀ ਦਿੰਦੇ ਸੀ। ਸਾਡੀ ਜ਼ਿੰਦਗੀ ਬਹੁਤ ਅੱਛੀ ਗੁਜ਼ਰਦੀ ਸੀਗੀ। ਇਹਨਾਂ ਨੂੰ ਸਿਰਫ ਇਹਨਾਂ ਦੀ, ਮੈਂ ਤਾਂ ਕਹਿੰਦੀ ਪਈ, ਇਹਨਾਂ ਨੂੰ ਸਿਰਫ ਜ਼ਿੰਦਗੀ ਅੱਲਾਹ ਪਾਕ ਨੇ ਇਸੇ ਵਾਸਤੇ ਦਿੱਤੀ ਹੈ ਕਿ ਬਿੱਲੀਆਂ ਦਾ ਹਰ ਰੋਜ਼ 100 ਰੁਪਏ ਦਾ ਇਹਨਾਂ ਨੂੰ ਖਾਣਾ ਦਿੰਦੇ ਸੀ, ਦਰਬਾਰਾਂ ਤੇ ਚਿੜੀਆਂ ਨੂੰ ਦਾਣਾ ਪਾਉਂਦੇ ਸੀਗੇ। ਸ਼ਾਇਦ ਅੱਲਾਹ ਪਾਕ ਨੇ ਇਹਨਾਂ ਦੀ ਹੋਰ ਜ਼ਿੰਦਗੀ ਅੱਗੇ ਕੀਤੀ ਕਿ ਹੋਰ ਅੱਛਾਈ ਕਰ ਲਵੇ, ਅੱਲਾਹ ਪਾਕ ਇਹਦੇ ਹੱਥੋਂ ਕੋਈ ਹੋਰ ਅੱਛੇ ਕੰਮ ਕਰ ਦੇਵੇ। अभी मैं देख रहा हूँ कि वो गमज़दा भी हैं। ये जब रोते हैं या इस तरह परेशान होते हैं, ज़ाहिर है अपनी हालत देख के करते होंगे, तो फिर आप दिलासा देती हैं या आप भी हिम्मत हार जाती हैं? ਨਹੀਂ, ਹਿੰਮਤ ਅਸੀਂ ਨਹੀਂ ਹਾਰਨੀ। ਜੇ ਅਸੀਂ ਹਿੰਮਤ ਹਾਰ ਗਏ, ਇਹਨਾਂ ਨੂੰ ਸੰਭਾਲੇਗਾ ਕੌਣ? ਇਹਨਾਂ ਨੂੰ ਕੌਣ ਵੇਖੇਗਾ? ਅਸੀਂ ਤਾਂ ਇਹਨਾਂ ਨੂੰ ਇਹੀ ਕਹਿੰਦੇ ਹੁੰਦੇ ਕਿ ਆਪਣੇ ਆਪ ਨੂੰ ਮਜ਼ਬੂਤ ਕਰੋ। 2 ਸਾਲ ਜ਼ਿੰਦਗੀ ਦੇ ਲੰਘ ਗਏ ਨੇ, ਹੋ ਸਕਦਾ ਹੈ ਡਾਕਟਰ ਨੇ ਸਾਨੂੰ ਹੁਣ ਕਿਹਾ, ਉਹਨਾਂ ਨੇ ਕਿਹਾ ਬਾਜੀ 5 ਤੋਂ 6 ਮਾਹ 'ਚ ਇਹਨੇ ਸਟਿਕ ਲੈ ਕੇ ਚੱਲਣਾ ਸ਼ੁਰੂ ਹੋ ਜਾਣਗੇ। ਅਸੀਂ ਹੁਣ ਮੈਡੀਸਨ ਇਹਦੀ ਹੋਰ ਇੱਕ ਡਾਕਟਰ ਕੋਲ ਲੈਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਮਿਓ ਹਸਪੀਟਲ ਵਾਲੀ ਵੀ ਦੇ ਰਹੇ ਹਾਂ, ਇਹ ਵੀ ਮੈਡੀਸਨ ਇਨਸ਼ਾਅੱਲਾ ਦੇਵਾਂਗੇ, ਠੀਕ ਹੋ ਜਾਣਗੇ। आप खुश हैं अपनी बेगम से? हाँ जी, कोचे आप शुक्र अदा करते हैं कि आपको ऐसी बेगम मिली? राजा शुक्र है, मैंने वहाँ पे मेरी मायगा मिली है। अगर कोई और जवान होती, एक और होती, तो फिर क्या वो इतनी खिदमत करती? आना सीओ ने क्या कहे? ਕਹਿੰਦੇ ਉਹਨਾਂ ਨੇ ਮੈਨੂੰ ਛੱਡ ਜਾਣਾ ਸੀ, ਮੈਨੂੰ ਨਹੀਂ ਸੀ ਸੰਭਾਲਣਾ, ਮੈਂ ਫਿਰ ਮੰਜੀ ਤੇ ਪੈ ਕੇ ਹੀ ਖਤਮ ਹੋ ਜਾਣਾ ਸੀ, ਮੈਨੂੰ ਉਹਨਾਂ ਛੱਡ ਜਾਣਾ ਸੀਗਾ। ਅਗਰ ਮੈਂ ਦਾ ਸਹਾਰਾ ਬਣਿਆ ਸੀ, ਇਸ ਟਾਈਮ ਤੇ ਮੇਰਾ ਸਹਾਰਾ ਬਣੀ, ਅੱਲਾਹ ਪਾਕ ਦਾ ਕਰਮ ਹੈ और शुक्र है मेरी खिदमत कर रही है। बहुत शुक्रिया आप दोनों का, आप लोगों के लिए बहुत सी दुआएं हैं। तो वो कहावत है करबला हो भला, तो ऐसी है। शकील ने मोहब्बत के साथ साथ भला भी चाहा, इनके साथ शादी की, और आज शायद उसी का सिला मिल रहा है कि उनकी जो बेगम है वो उनकी देखभाल भी कर रही हैं, उनका ख्याल रख रही हैं, यहाँ तक कि उनकी करवटें इसलिए बदलती हैं ताकि उन्हें बेड सोल ना हो। इस नामसाइद हालात में भी वो उनके साथ खड़ी हैं, और सर्कल जो है वो भी जिस तरह से चल रहा है वो भी इन्होंने अपने ज़बानी बताया। इसी के साथ ही अपने मेज़बान दानिश हुसैन को इजाज़त दीजिए। एक नई वीडियो के साथ वापस आएंगे। अल्लाह निगहबान।